ਲੱਗਦਾ ਕਿ ਨਹੀਂ ਹੈ ਕਿ ਪਹਿਲੋਂ ਆਪਾਂ ਆਉਂਦੇ ਸੀਗੇ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਆਉਂਦੇ ਸੀਗੇ ਤੇ ਹੁਣ ਲੱਗਦਾ ਪਿਕਨਿਕ ਸਪੋਟ ਤੇ ਆ ਰਹੇ ਆ। ਪਿਕਨਿਕ ਤੇ ਇਹ ਹੋਈ ਨਾ ਗੱਲ, ਹੈ ਹੀ ਉਹੀ ਚੀਜ਼, ਪਿਕਨਿਕ ਸਪਾਟ। ਜਦੋਂ ਅਸੀਂ ਪਹਿਲੇ ਐਂਟਰ ਕਰਦੇ ਸੀ ਤੇ ਐਂਟਰ ਕਰਦਿਆਂ ਇੱਕ ਫੀਲ ਆਉਂਦਾ ਸੀ ਕਿ ਇਹ ਉਹ ਛੋਟਾ ਜਿਹਾ ਰਸਤਾ ਹੈ ਜਿਸ ਰਸਤੇ ਰਾਹੀਂ ਜਦੋਂ ਸ਼ਹੀਦਾਂ ਨੂੰ ਬਾਹਰ ਨਹੀਂ ਜਾਣ ਦਿੱਤਾ ਗਿਆ ਤੇ ਇੱਥੋਂ ਜਨਰਲ ਐਡਵਾਇਰ ਨੇ ਅੰਦਰ ਆ ਕੇ ਸਾਰੇ ਰਸਤੇ ਬੰਦ ਕਰਕੇ ਤੇ ਉਹਨਾਂ ਨੂੰ ਬੰਦਕ ਬਣਾ ਕੇ ਜਿਸ ਤਰ੍ਹਾਂ ਉਹਨਾਂ ਤੇ ਤਸ਼ੱਦਦ ਕੀਤਾ। ਅਗਰ ਹੁਣ ਦੀ ਗੱਲ ਕਰੀਏ ਤੇ ਹੁਣ ਐਂਟਰ ਆਉਂਦਿਆਂ ਹੀ ਪਹਿਲੇ ਤੇ ਉਹ ਦੀਵਾਰ ਬਦਲ ਦਿੱਤੀ ਗਈ, ਉੱਥੇ ਸਾਈਡ ਤੇ ਜਿਹੜੀਆਂ ਤਸਵੀਰਾਂ ਬਣਾਈਆਂ ਗਈਆਂ, ਇਸ ਤਰ੍ਹਾਂ ਲੱਗਾ ਕਿ ਜਿਸ ਤਰ੍ਹਾਂ ਅਸੀਂ ਸ਼ਹੀਦੀ ਸਮਾਰਕ ਤੇ ਨਹੀਂ ਕਿਤੇ ਪਿਕਨਿਕ ਸਪੋਟ ਤੇ ਆ ਰਹੇ ਹਾਂ। ਜਿਹੜਾ ਤੁਸੀਂ ਗਾਰਡਨ ਦੇਖ ਰਹੇ, ਇਸ ਗਾਰਡਨ ਦੇ ਵਿੱਚ ਪੱਤਿਆਂ ਦੀ ਮਦਦ ਨਾਲ ਜਿਹੜੇ ਆ ਸੈਨਿਕ ਬਣਾਏ ਗਏ ਸੀ, ਸਟੈਚੂ ਬਣਾਏ ਗਏ ਸੀ, ਜੋ ਅਨੁਭਵ ਕਰਾਉਂਦੇ ਸੀ ਕਿ ਇਸ ਤਰ੍ਹਾਂ ਇਹਨਾਂ ਜਗ੍ਹਾਵਾਂ ਦੇ ਉੱਤੇ ਖਲੋ ਕੇ ਉਹਨਾਂ ਨੇ ਗੋਲੀਆਂ ਜਿਹੜੀਆਂ ਚਲਾਈਆਂ ਗਈਆਂ, ਜੋ ਕਿ ਉਹ ਵੀ ਹੁਣ ਖਤਮ ਕਰ ਦਿੱਤੀਆਂ ਗਈਆਂ। ਸ਼ਹੀਦੀ ਕੂਆ ਤੁਸੀਂ ਨੈਟ ਤੋਂ ਸਰਚ ਕਰ ਲਓ, ਉਹ ਜੋ ਹੁਣ ਇਹਨਾਂ ਨੇ ਦਿਖ ਦਿੱਤੀ ਉਹ ਦਿਖਣੀ ਨਹੀਂ। ਅਗਰ ਅਸੀਂ ਸਾਡੇ ਬੱਚੇ ਜਾਂ ਕੋਈ ਵੀ ਨੈਟ ਤੋਂ ਸਰਚ ਕਰੇਗਾ ਕਿ ਕਿਸ ਤਰ੍ਹਾਂ ਦਾ ਸ਼ਹੀਦੀ ਕੂਆ ਸੀ ਤੇ ਉਹ ਪੁਰਾਣਾ ਸ਼ਹੀਦੀ ਕੂਆ ਆਏਗਾ, ਇਹਦੇ ਨਾਲ ਦਾ ਸ਼ਹੀਦੀ ਕੂਆ ਨਹੀਂ ਆਏਗਾ। ਜਦੋਂ ਅਸੀਂ ਅੰਦਰ ਐਂਟਰ ਕਰਦੇ ਹਾਂ ਤੇ ਉਦੋਂ ਹੀ ਖੱਬੇ ਹੱਥ ਜਲਿਆਂਵਾਲੇ ਬਾਗ ਦਾ ਜਿਹੜਾ ਪਹਿਲਾ ਨਾਮ ਜਿਹੜਾ ਹਿੰਦੀ 'ਚ ਲਿਖਿਆ, ਫਿਰ ਪੰਜਾਬੀ 'ਚ ਲਿਖਿਆ, ਫਿਰ ਇੰਗਲਿਸ਼ 'ਚ ਲਿਖਿਆ, ਜਦ ਕਿ ਅਸੀਂ ਪੰਜਾਬ 'ਚ ਬੈਠੇ ਹਾਂ, ਸਾਨੂੰ ਪੰਜਾਬੀ ਸਭ ਤੋਂ ਉੱਪਰ ਰੱਖਣੀ ਚਾਹੀਦੀ ਹੈ। ਪਿੱਛੇ ਜੀ ਮੁਹਿੰਮ ਵੀ ਚੱਲੀ ਸੀ ਜਦੋਂ ਸੜਕਾਂ ਦੇ ਉੱਤੇ ਸਾਈਨ ਬੋਰਡ ਸੀ ਤਾਂ ਜਿਹੜਾ ਹਿੰਦੀ 'ਚ ਨਾਮ ਲਿਖਿਆ ਹੁੰਦਾ ਸੀ ਤਾਂ ਪੰਜਾਬੀ ਨੌਜਵਾਨਾਂ ਵੱਲੋਂ ਉੱਤੇ ਬਲੈਕ ਅਕਸ਼ਰ ਬਲੈਕ ਕੀਤਾ ਗਿਆ ਸੀ ਤਾਂ ਪੰਜਾਬੀ ਨੂੰ ਉੱਪਰ ਰੱਖਿਆ ਗਿਆ ਸੀ, ਕਿਉਂਕਿ ਪੰਜਾਬੀ ਸਾਡੀ ਮਾਂ ਬੋਲੀ ਹੈ। ਲੇਕਿਨ ਇੱਥੇ ਆਉਂਦਿਆਂ ਸਾਰੀ ਜਲਿਆਂਵਾਲੇ ਬਾਗ ਬਹੁਤ ਸਾਰੇ ਪੰਜਾਬੀਆਂ ਨੇ ਜਦੋਂ ਕੁਰਬਾਨੀ ਦਿੱਤੀ 13 ਅਪ੍ਰੈਲ 1919 ਨੂੰ, ਤਾਂ ਉਹ ਫਿਰ ਪੰਜਾਬੀ ਨੂੰ ਦੂਸਰੇ ਨੰਬਰ ਤੇ ਕਰਕੇ ਹਿੰਦੀ ਨੂੰ ਪਹਿਲੇ ਨੰਬਰ ਤੇ ਕਰ ਦਿੱਤਾ। ਅਪ੍ਰੈਲ 1919 ਦਾ ਉਹ ਸਾਕਾ ਜੋ ਕਿ ਕੋਈ ਵੀ ਵਿਅਕਤੀ ਭੁੱਲ ਨਹੀਂ ਸਕਦਾ। ਜਲਿਆਂਵਾਲੇ ਬਾਗ ਦੇ ਵਿੱਚ ਮੌਜੂਦ ਹਾਂ, ਜਿੱਥੇ ਕਿ 2 ਸਾਲ ਬਾਅਦ ਸੈਲਾਨੀਆਂ ਦਾ ਆਉਣਾ ਤਾਂ ਸ਼ੁਰੂ ਹੋਇਆ, ਲੇਕਿਨ ਕਿਤੇ ਨਾ ਕਿਤੇ ਵਿਵਾਦ ਵੀ ਛਿੜਦਾ ਹੋਇਆ ਨਜ਼ਰ ਆ ਰਿਹਾ। ਅਸੀਂ ਇਸ ਸਮੇਂ ਮੌਜੂਦ ਹਾਂ ਜਲਿਆਂਵਾਲੇ ਬਾਗ 'ਚ। ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਹੀ ਜਿਹੜੇ ਲੋਕ ਨੇ, ਸੈਲਾਨੀ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਤੇ ਉਹਨਾਂ ਦਾ ਜਿਹੜਾ ਆ ਲਗਾਤਾਰ ਇੱਥੇ ਆਉਣਾ ਜਾਰੀ ਹੈ। ਲਗਾਤਾਰ ਹੀ ਕਈ ਲੋਕ ਜਿਹੜੇ ਨੇ ਉਹ ਇੱਥੋਂ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਵੀ ਪਹੁੰਚ ਰਹੇ ਨੇ, ਲੇਕਿਨ ਜੋ ਤਸਵੀਰਾਂ ਨੇ ਉਹ ਜ਼ਰੂਰ ਕਿਤੇ ਨਾ ਕਿਤੇ ਅਲੱਗ ਨਜ਼ਰ ਆ ਰਹੀਆਂ ਨੇ, ਕਿਉਂਕਿ ਕਾਫੀ ਛੇੜਛਾੜ ਜਿਹੜੀ ਆ ਉਹ ਜਲਿਆਂਵਾਲੇ ਬਾਗ ਦੇ ਨਾਲ ਜਿਹੜੀ ਆ ਉਹ ਕੀਤੀ ਗਈ ਹੈ। ਜੇਕਰ ਮੇਨ ਰਸਤੇ ਦੀ ਗੱਲ ਕੀਤੀ ਜਾਵੇ, ਜਿਸ ਜਗ੍ਹਾ ਦੇ ਉੱਤੇ ਅਸੀਂ ਖਲੋਤੇ ਹੋਏ ਹਾਂ, ਇਸ ਜਗ੍ਹਾ ਦੇ ਉੱਤੇ ਜਿਹੜਾ ਸੀਗਾ ਜੋ ਸਿੰਪਲ ਜਿਹੜੀਆਂ ਸੀਗੀਆਂ ਉਹ ਦੀਵਾਰਾਂ ਸੀਗੀਆਂ, ਜਿਸ ਤੋਂ ਬਾਅਦ ਲੋਕ ਜਿਹੜੇ ਨੇ ਕਾਫੀ ਹੁਣ ਜੋ ਜਿਨ੍ਹਾਂ ਨੇ ਪਹਿਲੋਂ ਇਹ ਚੀਜ਼ ਦੇਖੀ ਸੀਗੀ, ਸ਼ਾਇਦ ਉਹਨਾਂ ਨੂੰ ਕੁਛ ਨਾ ਕੁਛ ਅਲੱਗ ਜਿਹੜੀ ਆ ਤਸਵੀਰਾਂ ਜਿਹੜੀਆਂ ਨੇ ਉਹ ਨਜ਼ਰ ਆਉਂਦੀਆਂ ਹੋ ਸਕਦੀਆਂ ਨੇ। ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਸ਼ਹੀਦੀ ਸਮਾਰਕ ਨੂੰ ਜਾਣ ਵਾਲਾ ਰਸਤਾ ਜਿਹੜਾ ਸੀਗਾ ਉਹ ਬਿਲਕੁਲ ਹੀ ਬਲੌਕ ਕਰ ਦਿੱਤਾ ਗਿਆ। ਕੋਈ ਵੀ ਵਿਅਕਤੀ ਜਿਹੜਾ ਆ ਇਸ ਰਸਤੇ ਥਾਣੀ ਜਿਹੜਾ ਆ ਉੱਥੇ ਨਹੀਂ ਜਾ ਸਕਦਾ। ਲੇਕਿਨ ਜੇਕਰ ਦੂਸਰੀ ਛੇੜਛਾੜ ਦੀ ਗੱਲ ਕੀਤੀ ਜਾਵੇ ਤਾਂ ਇਤਿਹਾਸਿਕ ਖੂਹ ਜਿਹੜਾ ਆ ਉਹਨੂੰ ਵੀ ਛੇੜਛਾੜ ਕੀਤੀ ਗਈ ਆ ਔਰ ਜੋ ਦਿੱਖ ਸੀਗੀ ਉਹਨੂੰ ਚੇਂਜ ਕਰ ਦਿੱਤਾ ਗਿਆ। ਤੀਸਰੀ ਜਿਹੜੀ ਅਗਰ ਉਸ ਤੋਂ ਬਾਅਦ ਦੀ ਗੱਲ ਕੀਤੀ ਜਾਵੇ ਤੇ ਜੋ ਅਮਰ ਜੋਤੀ ਸੀਗੀ ਉਸ ਨੂੰ ਵੀ ਜਿਹੜਾ ਆ ਉਹ ਬਦਲ ਦਿੱਤਾ ਗਿਆ, ਉਸ ਨੂੰ ਅਲੱਗ ਜਗ੍ਹਾ ਤੇ ਜਿਹੜਾ ਆ ਉਹ ਕਰ ਦਿੱਤਾ ਗਿਆ, ਕਿਉਂਕਿ ਲਗਾਤਾਰ ਹੀ ਲੋਕ ਜਿਹੜੇ ਸੀਗੇ ਕਾਫੀ ਸੋਸ਼ਲ ਮੀਡੀਆ ਤੇ ਕਾਫੀ ਇਸ ਚੀਜ਼ ਨੂੰ ਲੈ ਕੇ ਜਿਹੜਾ ਵਿਰੋਧ ਕਰਦੇ ਹੋਏ ਵੀ ਨਜ਼ਰ ਆ ਰਹੇ ਸੀਗੇ। ਇੱਥੋਂ ਤੱਕ ਕਿ ਕਾਂਗਰਸ ਦੇ ਯੁਵਰਾਜ ਜਿਹੜੇ ਨੇ ਰਾਹੁਲ ਗਾਂਧੀ, ਉਹਨਾਂ ਵੱਲੋਂ ਵੀ ਜਿਹੜਾ ਸੀਗਾ ਉਹ ਇਸ ਉੱਤੇ ਜਿਹੜਾ ਸੀਗਾ ਟਵੀਟ ਕੀਤਾ ਗਿਆ ਸੀਗਾ ਤੇ ਲਗਾਤਾਰ ਹੀ ਉਹਨਾਂ ਦਾ ਕਹਿਣਾ ਇਹੀ ਸੀਗਾ ਕਿ ਜੋ ਇਤਿਹਾਸ ਦੇ ਨਾਲ ਛੇੜਛਾੜ ਕੀਤੀ ਗਈ ਹੈ, ਕਿਤੇ ਨਾ ਕਿਤੇ ਜਿਹੜੇ ਇੱਥੇ ਦੇ ਸ਼ਹੀਦ ਨੇ ਉਹਨਾਂ ਨੂੰ ਠੇਸ ਜ਼ਰੂਰ ਪਹੁੰਚੀ ਹੋਏਗੀ। ਦੂਸਰੇ ਪਾਸੇ ਉਹਨਾਂ ਦਾ ਵੀ ਕਹਿਣਾ ਸੀਗਾ ਕਿ ਉਹ ਇੱਕ ਸ਼ਹੀਦ ਦੇ ਬੇਟੇ ਨੇ ਤੇ ਉਹਨਾਂ ਨੂੰ ਪਤਾ ਹੈ ਕਿ ਸ਼ਹੀਦਾਂ ਨੂੰ ਕਿਸ ਤਰ੍ਹਾਂ ਸਨਮਾਨ ਦੇਈਦਾ ਹੈ। ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਇਤਿਹਾਸ ਨਾਲ ਛੇੜਛਾੜ ਦੀ, ਤਾਂ ਜੋ ਐਗਜ਼ਿਟ ਗੇਟ ਸੀਗਾ ਜਿੱਥੋਂ ਅਸੀਂ ਬਾਹਰ ਜਾਂਦੇ ਸੀ ਉਸ ਨੂੰ ਵੀ ਬਦਲ ਦਿੱਤਾ ਗਿਆ। ਉਸ ਨੂੰ ਜਿਹੜਾ ਆ ਜੋ ਦੂਸਰਾ ਰਸਤਾ ਸੀਗਾ ਉਸ ਥਾਣੀ ਜਿਹੜਾ ਸੀਗਾ ਉਹਨੂੰ ਭੇਜਿਆ ਜਾ ਰਿਹਾ ਲੋਕਾਂ ਨੂੰ, ਤਾਂ ਜੋ ਕਿ ਲੋਕ ਜਿਹੜੇ ਨੇ ਉਹ ਕਾਫੀ ਇਸ 'ਤੇ ਇਤਰਾਜ਼ ਜਤਾਉਂਦੇ ਹੋਏ ਵੀ ਨਜ਼ਰ ਆ ਰਹੇ, ਕਿਉਂਕਿ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਸੀਗਾ ਕਿ ਰਸਤਾ ਬੰਦ ਹੋਣ ਕਰਕੇ ਕਾਫੀ ਲੋਕਾਂ ਦੀ ਜਿਹੜੀ ਸੀਗੀ ਮੌਤ ਜਿਹੜੀ ਸੀਗੀ ਇੱਥੇ ਹੋਈ ਸੀਗੀ, ਜੋ ਸ਼ਹੀਦੀਆਂ ਪ੍ਰਾਪਤ ਜਿਹੜੀਆਂ ਸੀਗੀਆਂ ਕੀਤੀਆਂ ਗਈਆਂ ਸੀਗਾ। ਲਗਾਤਾਰ ਹੀ ਜਿਹੜੇ ਲੋਕ ਨੇ ਉਹ ਇੱਥੇ ਪਹੁੰਚ ਰਹੇ ਨੇ। ਉਸ ਤੋਂ ਬਾਅਦ ਲੋਕਾਂ ਦਾ ਕਾਫੀ ਜਿਹੜਾ ਆ ਗੁੱਸਾ ਵੀ ਕਈਆਂ ਨੂੰ ਇਸ ਜੇ ਪਹੁੰਚ ਕੇ ਜਿਹੜਾ ਆ ਆਉਂਦਾ ਹੋਇਆ ਨਜ਼ਰ ਆ ਰਿਹਾ, ਕਿਉਂਕਿ ਜੋ ਬਿਲਕੁਲ ਹੀ ਦਿੱਖ ਸੀਗੀ ਉਹਨੂੰ ਬਿਲਕੁਲ ਹੀ ਚੇਂਜ ਕਰ ਦਿੱਤਾ ਗਿਆ ਸੀਗਾ। ਦੇਰ ਰਾਤ ਜਿਹੜਾ ਆ ਇੱਥੇ ਲਾਈਟ ਐਂਡ ਸਾਊਂਡ ਦਾ ਪ੍ਰੋਗਰਾਮ ਜਿਹੜਾ ਆ ਉਹ ਵੀ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਜਿਹੜਾ ਆ ਲਗਾਤਾਰ ਹੀ ਤੁਸੀਂ ਦੇਖ ਸਕਦੇ ਹੋ ਕਿ ਲੰਮੀਆਂ ਜਿਹੜੀਆਂ ਚੇਅਰਸ ਨੇ ਉਹ ਲਗਾਈਆਂ ਗਈਆਂ ਨੇ ਅਤੇ ਇਸ ਤੋਂ ਬਾਅਦ ਲੋਕ ਜਿਹੜੇ ਨੇ ਰਾਤ ਨੂੰ ਦੇਰ ਰਾਤ ਸ਼ਾਮ ਨੂੰ ਜੋ ਹੈ ਇੱਥੇ ਜੋ ਲੋਕ ਜਿਹੜੇ ਨੇ ਇੱਥੇ ਪਹੁੰਚਦੇ ਨੇ ਤੇ ਲਾਈਟ ਐਂਡ ਸਾਊਂਡ ਜਿਹੜਾ ਆ ਉਹ ਦੇਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾਉਣਾ ਚਾਹੁੰਦੇ ਕਿ ਇਤਿਹਾਸਿਕ ਖੂਹ ਦੇ ਨਾਲ ਜਿਹੜਾ ਸੀਗਾ
ਜਿਹੜਾ ਗਾਰਡਨ ਬਣਾਇਆ ਗਿਆ ਸੀਗਾ ਉਸ ਨੂੰ ਵੀ ਬਿਲਕੁਲ ਚੇਂਜ ਕਰ ਦਿੱਤਾ ਗਿਆ, ਕਿਉਂਕਿ ਇਸ ਤੋਂ ਪਹਿਲਾਂ ਜਦੋਂ ਅਸੀਂ ਇਹ ਜਲਿਆਂਵਾਲੇ ਬਾਗ ਆਏ ਸੀਗੇ, ਕਿਉਂਕਿ 2 ਸਾਲ ਦਾ ਸਮਾਂ ਹੋ ਚੁੱਕਾ ਹੈ ਇਸ ਨੂੰ ਨਵੀਨੀਕਰਨ ਨੂੰ ਕਰਦੇ ਹੋਏ, ਲੇਕਿन जो लोग दोबारा इतने आके देख रहे हैं उन्होंने अलग ही तस्वीर देखने को मिल रही। कहाँ भाई साहब कहाँ से आए हैं आप लोग? हम लोग बिहार से आए हैं। तो क्या कहना चाहेंगे, पहले आए हैं आपने जलियांवाला बाग? पहली बार आया हूँ। कभी हिस्ट्री में पढ़ा है आपने जलियांवाला बाग? जी पढ़ा है। यहाँ पर आकर जो हिस्ट्री में पढ़ा था जलियांवाला बाग और इसमें यहाँ पर आकर कैसा अनुभव लगा, दोनों में डिफरेंस लग रहा है कुछ? जी हिस्ट्री में तो सिर्फ पढ़ा था और अभी देखने को मिल रहा है, तो अभी देखकर हिस्ट्री में जो पढ़ा है वो थोड़ा ज़्यादा अच्छे से समझ में आएगा कि हाँ कहाँ क्या हुआ था, गोलियाँ कैसे चली थी, क्या हुआ था। जी लेकिन यहाँ पर जो पुरातन चीज़ें थी ना उसको मिटा दिया है, मिटाने की कोशिश की गई। जैसे आप मेन रोड रास्ते से आए हो, गली से आए हो, वहाँ पर कुछ नहीं था, पुरातन थी, वहाँ पर कुछ नहीं था। क्या लगता है कि वो जो हिस्ट्री थी उसको बचा कर रखनी चाहिए थी? जी बिल्कुल, हिस्टोरिकल चीज़ें जितनी भी हैं आने वाली पीढ़ियों को इन्हीं चीज़ों से पता चलेगा कि हाँ हमारा हिस्ट्री कैसा रहा है, भारत कितना रिच रहा है, क्या अंग्रेज़ों ने क्या क्या किया हमारे पे। तो ये एक बिल्कुल मतलब संजो कर रखना चाहिए इसे। आपने देख लिया सारा जलियांवाला? नहीं अभी बस हम लोग एंटर ही किए हैं। तो यहाँ पर पहुँचे हैं, क्या कहना चाहेंगे, कैसा अनुभव लग रहा है? नहीं अच्छा लग रहा है, बहुत सारे लोग आए हुए हैं, अभी अब देखते हैं आगे क्या है। ਸੋ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਲੋਕ ਜਿਹੜੇ ਨੇ ਕਾਫੀ ਵਾਰ ਇੱਥੇ ਪਹੁੰਚੇ ਵੀ ਨੇ ਅਤੇ ਕਈ ਲੋਕ ਜਿਹੜੇ ਨੇ ਉਹ ਪਹਿਲੀ ਵਾਰ ਇੱਥੇ ਪਹੁੰਚ ਰਹੇ ਨੇ। ਹਿਸਟਰੀ 'ਚ ਜ਼ਰੂਰ ਉਹਨਾਂ ਨੇ ਪੜ੍ਹਿਆ ਹੋਏਗਾ ਕਿ ਜਲਿਆਂਵਾਲੇ ਬਾਗ ਦੀ ਕੀ ਚੀਜ਼ਾਂ ਜਿਹੜੀਆਂ ਸੀਗੀਆਂ ਦੇਖਣ ਵਾਲੀਆਂ, ਕਿਉਂਕਿ ਇਤਿਹਾਸਿਕ ਖੂਹ ਦੀ ਗੱਲ ਕੀਤੀ ਜਾਵੇ ਤੇ ਇਤਿਹਾਸਿਕ ਖੂਹ ਨੂੰ ਕਾਫੀ ਤਬਦੀਲ ਜਿਹੜਾ ਆ ਉਹ ਕਰ ਦਿੱਤਾ ਗਿਆ। ਲਗਾਤਾਰ ਹੀ ਕੋਸ਼ਿਸ਼ ਵੀ ਇਹੀ ਕਰਦੇ ਆ ਕਿ ਲੋਕਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦਾ ਕਿਸ ਤਰ੍ਹਾਂ ਦਾ ਅਨੁਭਵ ਜਿਹੜਾ ਕਿਸ ਤਰ੍ਹਾਂ ਦਾ ਰਿਹਾ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਸੈਕਿੰਡ ਬਸ ਇੱਕੋ ਤੁਹਾਡੇ ਨਾਲ ਗੱਲ ਕਰਨੀ ਸੀਗੀ ਕਿ ਕਿਸ ਤਰ੍ਹਾਂ ਦਾ ਅਨੁਭਵ ਰਿਹਾ। ਬਸ ਤੁਸੀਂ ਦੇਖ ਸਕਦੇ ਹੋ ਕਿ ਕਈ ਲੋਕ ਜਿਹੜੇ ਨੇ ਜਵਾਬ ਵੀ ਦੇਣਾ ਚਾਹੁੰਦੇ ਨੇ, ਲੇਕਿਨ ਕੰਟਰੋਵਰਸੀ ਬਹੁਤ ਜ਼ਿਆਦਾ ਕ੍ਰੀਏਟ ਹੋਈ ਹੈ, ਜਿਸ ਕਰਕੇ ਲੋਕ ਜਿਹੜੇ ਨੇ ਉਹ ਇੱਥੇ ਸਵਾਲ ਦੇ ਜਿਹੜੇ ਜਵਾਬ ਜਿਹੜੇ ਨੇ ਉਹ ਵੀ ਨਹੀਂ ਦੇ ਪਾ ਰਹੇ। ਕਿਉਂਕਿ ਲਗਾਤਾਰ ਹੀ ਰਾਹੁਲ ਗਾਂਧੀ ਦੀ ਅਗਰ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਵੀ ਇੱਥੇ ਟਵੀਟ ਕੀਤਾ ਗਿਆ ਕਿ ਸ਼ਹੀਦਾਂ ਨੂੰ ਜਿਹੜੀ ਹੈ ਸ਼ਰਧਾਂਜਲੀ ਜਿਹੜੀ ਸੀਗੀ ਉਹ ਦੇਣ ਵਾਸਤੇ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ ਉਹ ਕਿਤੇ ਨਾ ਕਿਤੇ ਗਲਤ ਆ। ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਭਾਜੀ ਕੀ ਨਾਮ ਹੈ ਤੁਹਾਡਾ? सतनाम सिंह, कहाँ से आए आप? आगरा। पहले आए जलियांवाला बाग? फर्स्ट टाइम। हिस्ट्री में जैसा जलियांवाला बाग देखा था क्या लगता है कि वैसा ही जलियांवाला बाग? मैं भैया फर्स्ट टाइम आया हूँ तो मेरे को तो इतनी नॉलेज है नहीं है। तो कैसा अनुभव लगा यहाँ पर आके आपको? ठीक है अभी तो स्टार्टिंग ही, अभी आगे जाके देखते हैं कैसा क्या है। कुणाल तो क्या समझते हो कि जो लोग हिस्टोरिकल को बचाना चाहिए, हिस्ट्री को बचाना चाहिए ताकि कि हम लोगों का भविष्य जो है वो उज्जवल हो? यार नॉलेज से पूछो। कुणाल ओए कुणाल भाई क्या कहना चाहिए, कहाँ से आए हैं आप? सम फ्रॉम आगरा। तो कुणाल भाई आप यहाँ पर पहली बार विजिट किया कि इससे पहले आ चुके हैं? तो कैसा लगा अनुभव यहाँ पर आके? बहुत सब कुछ यूनिक है मेरे लिए, तो फर्स्ट टाइम आया हूँ तो सब बढ़िया ही लग रहा है, फर्स्ट क्लास एकदम। अगर हिस्ट्री पढ़ी होगी आपने तो हिस्ट्री में अगर जलियांवाले बाग का नाम आता होगा तो आपने देखा होगा कि हिस्ट्री में क्या क्या लिखा हुआ है यहाँ पर? हिस्ट्री में तो बस यही लिखा हुआ है कि यहाँ पे अंग्रेजों ने गोलियाँ, जनरल डायर थे ना, उनके समर्थन में अंग्रेजों ने गोलियाँ चलाई थी भारतीय क्रांतिकारियों पे। तो आपने जब इंटरनेट पर खूह देखेंगे, ऐतिहासिक खूह देखेंगे, तो जो नया खूह बना है उसमें आपको लगता नहीं कि डिफरेंस कर दिया गया है दोनों में? हाँ ये तो है काफ़ी, पुराने वाला जो है वो बहुत पुराने काल का है, अब तो मॉडिफाई कर दिया, तो समझ में नहीं आ रहा कहाँ पे क्या था कैसा था। समझते हैं कि इसको बचाने की जरूरत थी? जैसे आप एंटर किया आपने तो वहाँ पर साइड में जो था ऐतिहासिक धरोहर हमारी सारी बचाने की जरूरत ही है, ठीक है ना। जो मॉडिफाई किया जा रहा है तो फिर चीज़ें वो पहली वाली रह ही नहीं पाती हैं। अच्छा एक पॉलिटिक्स क्वेश्चन भी आया, राहुल गांधी ने ट्वीट किया उसके ऊपर, बोला कि हिस्ट्री को बचाने की ज़रूरत थी, जो शहीद थे उनको श्रद्धांजलि देने की भी ज़रूरत थी। क्या समझते हैं कि ज़रूरत है ऐसी चीज़ों की? हाँ डेफिनेटली, देखिए ज़रूरत तो हर समय रहती है, हम आई मीन कोई भी काल हो ज़रूरत तो रहती है, ठीक है, क्योंकि चीज़ें हालात आज भी बेहतर नहीं है, तब कोई और लूट रहा था, अब कोई और लूट रहे हैं। पॉलिटिशियंस आर सेम एक्चुअली, तो बदले तो है नहीं बिल्कुल भी। तो काफ़ी लोग ਜਿਹੜੇ ਨੇ ਉਹ ਬਾਹਰੋਂ ਵੀ ਆਏ ਹੋਏ ਨੇ, ਲੇਕਿਨ ਐਕਸਪੀਰੀਅੰਸ ਜਿਹੜਾ ਸੀਗਾ ਉਹ ਕਾਫੀ ਲੋਕ ਜਿਹੜੇ ਆਪਣਾ ਸ਼ੇਅਰ ਕਰਦੇ ਹੋਏ ਨਜ਼ਰ ਵੀ ਆ ਰਹੇ ਨੇ। ਸੀਨੀਅਰ ਜਰਨਲਿਸਟ ਮੇਰੇ ਨਾਲ ਮੌਜੂਦ ਨੇ। ਮੁਕੇਸ਼ ਕੀ ਕਹਿਣਾ ਚਾਹੋਗੇ? ਅਸੀਂ ਕਵਰੇਜ ਕਰਦੇ ਸੀਗੇ ਪਹਿਲਾਂ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੱਥੇ ਚੇਂਜ ਹੁੰਦੀਆਂ ਹੋਈਆਂ ਨਜ਼ਰ ਆਈਆਂ ਨੇ। ਮਗਰ ਇਤਿਹਾਸਿਕ ਖੂਹ ਦੀ ਗੱਲ ਕਰਾਂ ਤੇ ਉਹ ਵੀ ਚੇਂਜ ਹੋ ਗਿਆ ਆ। ਜੋ ਆਪਾਂ ਜਿਸ ਰਸਤੇ ਤੇ ਖੜੇ ਆ ਐਂਟਰੈਂਸ ਰਸਤਾ ਹੁੰਦਾ ਸੀਗਾ, ਤੁਹਾਨੂੰ ਕੀ ਤੁਸੀਂ ਜਦੋਂ ਐਂਟਰ ਕੀਤਾ 2 ਸਾਲ ਬਾਅਦ ਕੀ ਅਨੁਭਵ ਰਿਹਾ ਤੁਹਾਡਾ?
ਜੀ ਬਿਲਕੁਲ, ਜਦੋਂ ਅਸੀਂ ਪਹਿਲੇ ਐਂਟਰ ਕਰਦੇ ਸੀ ਤੇ ਐਂਟਰ ਕਰਦਿਆਂ ਇੱਕ ਫੀਲ ਆਉਂਦਾ ਸੀ ਕਿ ਇਹ ਉਹ ਛੋਟਾ ਜਿਹਾ ਰਸਤਾ ਹੈ ਜਿਸ ਰਸਤੇ ਰਾਹੀਂ ਜਦੋਂ ਸ਼ਹੀਦਾਂ ਨੂੰ ਬਾਹਰ ਨਹੀਂ ਜਾਣ ਦਿੱਤਾ ਗਿਆ ਤੇ ਇੱਥੋਂ ਜਨਰਲ ਐਡਵਾਇਰ ਨੇ ਅੰਦਰ ਆ ਕੇ ਸਾਰੇ ਰਸਤੇ ਬੰਦ ਕਰਕੇ ਤੇ ਉਹਨਾਂ ਨੂੰ ਬੰਦਕ ਬਣਾ ਕੇ ਜਿਸ ਤਰ੍ਹਾਂ ਉਹਨਾਂ ਤੇ ਤਸ਼ੱਦਦ ਕੀਤਾ। ਅਗਰ ਹੁਣ ਦੀ ਗੱਲ ਕਰੀਏ ਤੇ ਹੁਣ ਐਂਟਰ ਆਉਂਦਿਆਂ ਹੀ ਪਹਿਲੇ ਤੇ ਉਹ ਦੀਵਾਰ ਬਦਲ ਦਿੱਤੀ ਗਈ, ਉੱਥੇ ਸਾਈਡ ਤੇ ਜਿਹੜੀਆਂ ਤਸਵੀਰਾਂ ਬਣਾਈਆਂ ਗਈਆਂ, ਇਸ ਤਰ੍ਹਾਂ ਲੱਗਾ ਕਿ ਜਿਸ ਤਰ੍ਹਾਂ ਅਸੀਂ ਸ਼ਹੀਦੀ ਸਮਾਰਕ ਤੇ ਨਹੀਂ ਕਿਤੇ ਪਿਕਨਿਕ ਸਪੋਟ ਤੇ ਆ ਰਹੇ ਹਾਂ। ਜਦੋਂ ਅੰਦਰ ਐਂਟਰ ਕਰਦੇ ਹਾਂ ਉਸ ਤੋਂ ਬਾਅਦ ਜਿਹੜਾ ਬਾਹਰ ਜਾਣ ਦਾ ਰਸਤਾ ਹੈ ਉਹੀ ਬਦਲ ਦਿੱਤਾ ਗਿਆ ਹੈ। ਜਦੋਂ ਬ੍ਰਹਮਬੁੱਟਾ ਵਾਲੀ ਸਾਈਡ ਤੋਂ ਬਾਹਰ ਜਾਣ ਦਾ ਰਸਤਾ ਰੱਖਿਆ ਗਿਆ, ਜਦ ਕਿ 13 ਅਪ੍ਰੈਲ 1919 ਨੂੰ ਅਜਿਹਾ ਕੁਝ ਨਹੀਂ ਸੀ, ਉਦੋਂ ਰਸਤੇ ਬੰਦ ਕੀਤੇ ਗਏ ਸੀ। ਦੂਸਰਾ ਉਹ ਜਿਹੜੀ ਨੈਗੇਟਿਵ ਪੁਆਇੰਟ ਆਉਂਦਾ। ਤੀਸਰਾ, ਜਦੋਂ ਅਸੀਂ ਅੰਦਰ ਆਉਂਦੇ ਹਾਂ ਤੇ ਆ ਜਿਹੜਾ ਤੁਸੀਂ ਗਾਰਡਨ ਦੇਖ ਰਹੇ, ਇਸ ਗਾਰਡਨ ਦੇ ਵਿੱਚ ਪੱਤਿਆਂ ਦੀ ਮਦਦ ਨਾਲ ਜਿਹੜੇ ਆ ਸੈਨਿਕ ਬਣਾਏ ਗਏ ਸੀ, ਸਟੈਚੂ ਬਣਾਏ ਗਏ ਸੀ, ਜੋ ਅਨੁਭਵ ਕਰਾਉਂਦੇ ਸੀ ਕਿ ਇਸ ਤਰ੍ਹਾਂ ਇਹਨਾਂ ਜਗ੍ਹਾਵਾਂ ਦੇ ਉੱਤੇ ਖਲੋ ਕੇ ਉਹਨਾਂ ਨੇ ਗੋਲੀਆਂ ਜਿਹੜੀਆਂ ਚਲਾਈਆਂ ਗਈਆਂ, ਜੋ ਕਿ ਉਹ ਵੀ ਹੁਣ ਖਤਮ ਕਰ ਦਿੱਤੀਆਂ ਗਈਆਂ। ਅਗਲਾ ਅਸੀਂ ਦੇਖੀਏ ਸ਼ਹੀਦੀ ਕੂਆ ਹੈ। ਸ਼ਹੀਦੀ ਕੂਆ ਤੁਸੀਂ ਨੈੱਟ ਤੋਂ ਸਰਚ ਕਰ ਲਓ, ਉਹ ਜੋ ਹੁਣ ਇਹਨਾਂ ਨੇ ਦਿੱਤੀ ਉਹ ਦਿਖਣੀ ਨਹੀਂ। ਅਗਰ ਅਸੀਂ ਸਾਡੇ ਬੱਚੇ ਜਾਂ ਕੋਈ ਵੀ ਨੈੱਟ ਤੋਂ ਸਰਚ ਕਰੇਗਾ ਕਿ ਕਿਸ ਤਰ੍ਹਾਂ ਦਾ ਸ਼ਹੀਦੀ ਕੂਆ ਸੀ ਤੇ ਉਹ ਪੁਰਾਣਾ ਸ਼ਹੀਦੀ ਕੂਆ ਆਏਗਾ, ਇਹਦੇ ਨਾਲ ਦਾ ਸ਼ਹੀਦੀ ਕੂਆ ਨਹੀਂ ਆਏਗਾ। ਉਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਚੇਂਜਿੰਗਸ ਜਿਹੜੀਆਂ ਕੀਤੀਆਂ ਗਈਆਂ। ਜਦੋਂ ਅੰਦਰ ਐਂਟਰ ਕਰਦੇ ਸਾਂ ਤੇ ਸਾਡੇ ਖੱਬੇ ਹੱਥ ਜਿਹੜਾ ਅਮਰ ਜੋਤੀ ਲਗਾਈ ਗਈ ਸੀ ਉਹਨੂੰ ਵੀ ਹੁਣ ਪਿੱਛੇ ਕਰ ਦਿੱਤਾ ਕਿ ਜਦੋਂ ਲੋਕ ਐਗਜ਼ਿਟ ਤੇ ਜਾਣ ਤੇ ਉਦੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਸੀ, ਜਿਹੜਾ ਸਿਰਫ ਇਹ ਜਲਿਆਂਵਾਲੇ ਬਾਗ ਦਾ ਜਿਹੜਾ ਜਲਿਆ ਹੈ ਉਹ ਜਿਹੜੀ ਸਮਾਰਕ ਹੈ ਉਹ ਨਹੀਂ ਚੇਂਜ ਕੀਤੀ ਗਈ। ਇੱਕ ਸੈਕਿੰਡ, ਬਜ਼ੁਰਗ ਮੇਰੇ ਨਾਲ, ਬਜ਼ੁਰਗੋ ਪਹਿਲੋਂ ਆਏ ਸੀਗੇ ਜਲਿਆਂਵਾਲੇ ਬਾਗ, ਵੇਖਿਆ ਸੀਗਾ? ਬੜਾ ਟਾਈਮ ਪਹਿਲਾਂ ਆਇਆ ਸੀ। ਉਦੋਂ ਨਾਲ ਤੇ ਹੁਣ ਨਾਲੋਂ ਕਿੰਨਾ ਫਰਕ ਹੈ? ਮਨ ਤਾਂ ਕੋਈ ਫਰਕ ਨਜ਼ਰ ਨਹੀਂ ਆਉਂਦਾ, ਉਹੀ ਹੈ ਵੈਸੇ। ਤੁਸੀਂ ਹੋਏ ਘੁੰਮਾਏ, ਸਾਰਾ ਦੇਖ ਲਿਆ? ਘੁੰਮਿਆ ਨਹੀਂ ਅਸੀਂ। ਖੂਹ ਵੀ ਚੇਂਜ ਕਰ ਦਿੱਤਾ ਗਿਆ ਜਿਹੜਾ ਸੀਗਾ, ਉਹਦੀ ਦਿੱਖ ਚੇਂਜ ਕਰ ਦਿੱਤੀ ਗਈ ਹੈ। ਜੇਕਰ ਗੱਲ ਕੀਤੀ ਜਾਵੇ ਰਸਤੇ ਜਿਹੜੇ ਸੀਗੇ ਉਹ ਇਸੇ ਰਸਤੇ ਥਾਣੀ ਅਸੀਂ ਆਉਂਦੇ ਸੀਗੇ, ਇਸੇ ਰਸਤੇ ਥਾਣੀ ਵਾਪਸ ਜਾਂਦੇ ਸੀਗੇ, ਉਹ ਵੀ ਚੇਂਜ ਕਰਤਾ। ਕਿ ਲੱਗਦਾ ਹੈ ਕਿ ਇਸ ਤਰ੍ਹਾਂ ਦੀਆਂ ਛੇੜਛਾੜ ਕਰਨੀਆਂ ਚਾਹੀਦੀਆਂ ਸੀਗੀਆਂ ਪੁਰਾਤਨ ਇਮਾਰਤਾਂ ਨਾਲ ਖਾਸ ਤੌਰ ਤੇ? ਸਮਝੇ ਨਹੀਂ, ਇਹਨਾਂ ਦਾ ਕੰਮ ਇਹੀ ਹੈ ਵੀ ਕੋਈ ਨਾ ਕੋਈ ਬਿੱਲ ਬਣਾਈ ਜਾਓ ਉਲਟ ਪੁਲਟ, ਉਹ ਇਹਨਾਂ ਦਾ ਇਹ ਤਾਂ ਚੱਲਦਾ ਹੀ ਰਹੇਗਾ, ਇਹਨਾਂ ਦਾ ਇਹ ਨਹੀਂ ਰੁਕ ਸਕਦਾ। ਕੀ ਲੱਗਦਾ ਹੈ ਕਿ ਲਾਈਟ ਐਂਡ ਸਾਊਂਡ ਦੇ ਨਾਲ ਆਪਾਂ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੇ ਹਾਂ ਕਿ ਜਲਿਆਂਵਾਲਾ ਬਾਗ ਕਿਸ ਤਰ੍ਹਾਂ ਦਾ ਸੀਗਾ? ਤੁਹਾਨੂੰ ਲੱਗਦਾ ਹੈ ਕਿ ਜਲਿਆਂਵਾਲੇ ਬਾਗ ਦੇ ਜੋ ਦਿੱਖ ਪਹਿਲੋਂ ਸੀਗੀ ਉਦਾਂ ਹੀ ਹੋਣੀ ਚਾਹੀਦੀ ਸੀ? ਨਹੀਂ, ਪਹਿਲਾਂ ਵਾਲੀ ਤਾਂ ਚੀਜ਼ ਹੈ ਹੀ ਨਹੀਂ, ਕੁਛ ਵੀ ਨਹੀਂ ਹੈ। ਬਾਕੀ ਇਹ ਹੈ ਵੀ ਹੁਣ ਜੋ ਬਣਿਆ ਹੈ, ਬੱਚੇ ਆਂਦੇ ਨੇ ਜੀ ਵੇਖੋ ਜਲਿਆਂਵਾਲਾ ਬਾਗ ਹਾਲਾ, ਇਸ ਤਾਂ ਵੇਖਿਆ, ਇਸ ਤਾਂ ਆਖਿਆ ਦੁਬਾਰਾ ਜਾਣਾ ਹੀ ਨਹੀਂ। ਫਿਰ ਇਹ ਕਹਿਣ ਲੱਗੇ ਨਹੀਂ ਚਲੋ ਵੇਖੋ ਅੱਜ ਤੇ ਸਾਰਾ ਬਦਲਿਆ ਹੋਇਆ ਸਿਲਸਿਲਾ। ਆਂਟੀ ਵੀ ਨਾਲ। ਆਂਟੀ ਕੀ ਨਾਮ ਹੈ ਤੁਹਾਡਾ? 10 ਸਾਲ ਪਹਿਲੇ ਮੇਰਾ ਨਾਮ ਪਰਮਜੀਤ, ਕਿੱਥੋਂ ਦੇ ਰਹਿਣ ਵਾਲੇ ਤੁਸੀਂ? जयपुर ਦਾ। ਪਹਿਲੋਂ ਆਏ ਸੀਗੇ ਜਲਿਆਂਵਾਲੇ ਬਾਗ? हाँ, फिर ਉਹਦੇ ਨਾਲ ਇਹਨਾਂ ਤੇ ਹੁਣ ਤੇ बहुत फर्क पड़ गया, बहुत ਕੀ ਦੇਖਿਆ ਸੀਗਾ ਪਹਿਲੋਂ ਤੇ ਹੁਣ ਕੀ ਫਰਕ? तो उन्हें आ गया जी कुआ, ये जोत देखी सी और कुआ वगैरह देखा सी बस, और म्यूजियम वगैरह कुछ नहीं था। ਤੇ हाँ, कम था, इतना थोड़ी था। ਤੇ ਕੀ ਲੱਗਦਾ ਹੈ ਕਿ ਜਿਹੜਾ ਇਤਿਹਾਸ ਹੈ ਸਾਨੂੰ ਉਹਨਾਂ ਛੇੜਛਾੜ ਨਹੀਂ ਕਰਨੀ ਚਾਹੀਦੀ? हाँ, नहीं छेड़छाड़ करनी, अच्छा बनाना चाहिए। ਇਹ ਮੂਰਤੀਆਂ ਪਹਿਲਾਂ ਨਹੀਂ ਸੀ। ਇਹ ਮੂਰਤੀਆਂ ਜਿਹੜੀ ਆਪਾਂ ਅੰਦਰ ਆਏ ਆ, ਮੂਰਤੀਆਂ ਨਹੀਂ ਸੀ, ਇਹ ਹੁਣ ਬਾਅਦ ਵਿੱਚ ਹੀ ਲਾਈਆਂ। ਅੰਕਲ ਤੁਹਾਨੂੰ ਲੱਗਦਾ ਕਿ ਨਹੀਂ ਹੈ ਕਿ ਪਹਿਲੋਂ ਆਪਾਂ ਆਉਂਦੇ ਸੀਗੇ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਆਉਂਦੇ ਸੀਗੇ ਤੇ ਹੁਣ ਲੱਗਦਾ ਪਿਕਨਿਕ ਸਪੋਟ ਤੇ ਆ ਰਹੇ ਆ? ਪਿਕਨਿਕ ਤੇ ਇਹ ਹੋਈ ਨਾ ਗੱਲ, ਹੈ ਹੀ ਉਹੀ ਚੀਜ਼, ਪਿਕਨਿਕ ਸਪਾਟ। ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ हो गया अब सबसे बढ़िया हो गया, ਸਭ ਤੋਂ बढ़िया हो गया है। देखने लायक हो गया कि हाँ है, बस चाहे कितों भी आओ। ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਬਜ਼ੁਰਗ ਨੇ ਉਹ ਵੀ ਆਪਣਾ ਅਨੁਭਵ ਦਿੰਦੇ ਹੋਏ ਨਜ਼ਰ ਆ ਰਹੇ ਹਨ, ਕਿਉਂਕਿ ਲਗਾਤਾਰ ਹੀ ਚੇਂਜ ਜਿਹੜੀਆਂ ਸੀਗੀਆਂ ਉਹ ਕੀਤੀਆਂ ਗਈਆਂ ਨੇ। ਮੈਂ ਸੌਰੀ ਮੁਕੇਸ਼, ਤੁਹਾਨੂੰ ਮੈਂ ਡਿਸਟਰਬ ਕੀਤਾ ਸੀਗਾ ਰਸਤੇ 'ਚ, ਕਿ ਤੁਸੀਂ ਜਿਸ ਤਰ੍ਹਾਂ ਆਪਾਂ ਐਂਟਰ ਕੀਤਾ 2 ਸਾਲ ਬਾਅਦ ਆਪਾਂ ਐਂਟਰ ਕੀਤੇ ਹਾਂ, ਉਸ ਤੋਂ ਬਾਅਦ ਸਾਨੂੰ ਬਹੁਤ ਕੁਝ ਆਪਾਂ ਨੂੰ ਵੀ ਨਵਾਂ ਐਕਸਪੀਰੀਅੰਸ ਵੇਖਣ ਨੂੰ ਮਿਲਿਆ। ਤੁਸੀਂ ਹੋਰ ਕੀ ਕਹਿਣਾ ਚਾਹੋਗੇ ਕਿ ਕੀ ਹੋਰ ਚੀਜ਼ਾਂ ਜਿਹੜੀਆਂ ਚੇਂਜ ਕੀਤੀਆਂ? ਜੀ ਬਿਲਕੁਲ, ਲਗਭਗ ਕਾਫੀ ਹੱਦ ਤੱਕ ਚੇਂਜਿੰਗ ਜਿਹੜੀ ਹੈ ਉਹ ਕੀਤੀ ਗਈ ਹੈ। ਜਿਸ ਤਰ੍ਹਾਂ ਕਿ ਇਹ ਮੇਨ ਰਸਤਾ ਸੀ ਜਾਣ ਨੂੰ, ਕਿ ਉੱਥੇ ਜਾ ਕੇ ਸ਼ਰਧਾਂਜਲੀ ਜਿਹੜੀ ਹੈ ਲੋਕ ਦੇ ਕੇ ਆਉਂਦੇ ਸੀ ਸ਼ਹੀਦਾਂ ਨੂੰ, ਲੇਕਿਨ ਉਹ ਵੀ ਰਸਤਾ ਬੰਦ ਕਰ ਦਿੱਤਾ। ਲਾਈਟ ਐਂਡ ਸਾਊਂਡ ਦਾ ਜਿਹੜਾ ਹੈ ਪ੍ਰੋਗਰਾਮ ਹੈ ਉਹ ਤਿਆਰ ਕੀਤਾ ਹੈ ਤੇ ਸੁਣਨ 'ਚ ਆਇਆ, ਕਿਉਂਕਿ ਹਜੇ ਦੇਖਿਆ ਨਹੀਂ, ਸੁਣਨ 'ਚ ਆਇਆ ਕਿ ਜਿਹੜਾ ਰਾਤ ਨੂੰ ਲਾਈਟ ਐਂਡ ਸਾਊਂਡ ਦਾ ਪ੍ਰੋਗਰਾਮ ਚੱਲਦਾ ਤੇ ਇਹ 'ਚ ਵੀ ਅਭਿਨੇਤਰਾ ਜਿਹੜਾ ਅਮਿਤਾਭ ਬੱਚਨ ਦੀ ਜਿਹੜੀ ਹੈ ਆਵਾਜ਼ ਹੈ ਉਹ ਦਿੱਤੀ ਗਈ ਹੈ। ਤਾਂ ਅਮਿਤਾਭ ਬੱਚਨ ਨਾਲ ਵੀ ਕਾਫੀ ਵਿਵਾਦ ਰਿਹਾ ਸੀ 1984 ਤੋਂ ਬਾਅਦ ਹੁਣ ਤੱਕ, ਤਾਂ ਉਹ ਵੀ ਕਿਤੇ ਨਾ ਕਿਤੇ ਸਿੱਖਾਂ ਦੇ ਮਨਾਂ ਨੂੰ ਠੇਸ ਜਿਹੜਾ ਹੈ ਪਹੁੰਚਾਏਗਾ। ਹੋਰ ਬਹੁਤ ਸਾਰੇ ਬਦਲਾਵ ਜਿਹੜੇ ਆ ਕੀਤੇ ਗਏ। ਜਦੋਂ ਅਸੀਂ ਅੰਦਰ ਐਂਟਰ ਕਰਦੇ ਹਾਂ ਤੇ ਉਦੋਂ ਹੀ ਖੱਬੇ ਹੱਥ ਜਲਿਆਂਵਾਲੇ ਬਾਗ ਦਾ ਜਿਹੜਾ ਪਹਿਲਾ ਨਾਮ ਜਿਹੜਾ ਹਿੰਦੀ 'ਚ ਲਿਖਿਆ, ਫਿਰ ਪੰਜਾਬੀ 'ਚ ਲਿਖਿਆ, ਫਿਰ ਇੰਗਲਿਸ਼ 'ਚ ਲਿਖਿਆ, ਜਦ ਕਿ ਅਸੀਂ ਪੰਜਾਬ 'ਚ ਬੈਠੇ ਹਾਂ, ਸਾਨੂੰ ਪੰਜਾਬੀ ਸਭ ਤੋਂ ਉੱਪਰ ਰੱਖਣੀ ਚਾਹੀਦੀ ਹੈ। ਪਿੱਛੇ ਜੀ ਮੁਹਿੰਮ ਵੀ ਚੱਲੀ ਸੀ ਜਦੋਂ ਸੜਕਾਂ ਦੇ ਉੱਤੇ ਸਾਈਨ ਬੋਰਡ ਸੀ ਤਾਂ ਜਿਹੜਾ ਹਿੰਦੀ 'ਚ ਨਾਮ ਲਿਖਿਆ ਹੁੰਦਾ ਸੀ ਤਾਂ
ਪੰਜਾਬੀ ਨੌਜਵਾਨਾਂ ਵੱਲੋਂ ਉੱਤੇ ਬਲੈਕ ਅਕਸ਼ਰ ਬਲੈਕ ਕੀਤਾ ਗਿਆ ਸੀ ਤਾਂ ਪੰਜਾਬੀ ਨੂੰ ਉੱਪਰ ਰੱਖਿਆ ਗਿਆ ਸੀ, ਕਿਉਂਕਿ ਪੰਜਾਬੀ ਸਾਡੀ ਮਾਂ ਬੋਲੀ ਹੈ। ਲੇਕਿਨ ਇੱਥੇ ਆਉਂਦਿਆਂ ਸਾਰੀ ਜਲਿਆਂਵਾਲੇ ਬਾਗ ਬਹੁਤ ਸਾਰੇ ਪੰਜਾਬੀਆਂ ਨੇ ਜਦੋਂ ਕੁਰਬਾਨੀ ਦਿੱਤੀ 13 ਅਪ੍ਰੈਲ 1919 ਨੂੰ, ਤਾਂ ਉਹ ਫਿਰ ਪੰਜਾਬੀ ਨੂੰ ਦੂਸਰੇ ਨੰਬਰ ਤੇ ਕਰਕੇ ਹਿੰਦੀ ਨੂੰ ਪਹਿਲੇ ਨੰਬਰ ਤੇ ਕਰ ਦਿੱਤਾ। ਪਹਿਲਾਂ ਤੇ ਜਿਹੜੀ ਦਿਲ ਤੇ ਠੇਸ ਇਹ ਲੱਗਦੀ ਆ। ਦੂਸਰੇ ਬੰਨੇ ਜਦੋਂ ਅਸੀਂ ਅੰਦਰ ਐਂਟਰ ਕਰਦੇ, ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਦੀਵਾਰਾਂ ਜਿਹੜੀਆਂ ਪੁਰਾਣੀਆਂ ਉਹ ਖਤਮ ਕਰ ਦਿੱਤੀਆਂ ਗਈਆਂ। ਸੋ ਬਹੁਤ ਛੋਟੀਆਂ-ਛੋਟੀਆਂ ਚੀਜ਼ਾਂ ਜਿਹੜਾ ਇਤਿਹਾਸ ਨੂੰ ਪਿੱਛੇ ਕਰ ਦਿੰਦੀਆਂ। ਜਿਹੜੀ ਨੌਜਵਾਨ ਪੀੜ੍ਹੀ ਜਾਂ ਨਵਾਂ ਕੋਈ ਪਹਿਲੀ ਵਾਰ ਆਏਗਾ, ਉਸ ਨੇ ਜਿਹੜਾ ਇਤਿਹਾਸ ਪੜ੍ਹਿਆ ਹੋਏਗਾ ਜਾਂ ਇੱਥੇ ਦੇਖੇਗਾ, ਬੜਾ ਡਿਫਿਕਲਟ ਹੋਏਗਾ ਜੀ। ਲੇਕਿਨ ਮੇਰਾ ਤੁਹਾਨੂੰ ਇੱਕ ਸਿਆਸਤਦਾਨ ਨਾਲ ਜੁੜਿਆ ਹੋਇਆ ਸਵਾਲ ਹੈ, ਕਿਉਂਕਿ ਅਕਸਰ ਹੀ ਗੱਲ ਉਹੀ ਕੀਤੀ ਜਾਂਦੀ ਜਿਹੜੀ ਨਵੀਨੀਕਰਨ ਹੁੰਦਾ ਨਾ, ਉੱਤੇ ਸਿਆਸਤ ਬਹੁਤ ਭਖਦੀ ਹੈ, ਭਾਵੇਂ ਉਹ ਦੇਸ਼ ਦੀ ਹੋਵੇ ਭਾਵੇਂ ਵਿਦੇਸ਼ ਦੀ ਹੋਵੇ। ਰਿਫਾਈਲ ਦੀ ਗੱਲ ਹੋਵੇ ਤਾਂ ਉੱਤੇ ਵੀ ਬਹੁਤ ਸਿਆਸਤ ਭਖੀ। ਹੁਣ ਰਾਹੁਲ ਗਾਂਧੀ ਨੇ ਇੱਕ ਟਵੀਟ ਕੀਤਾ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਉਹ ਜਾਣਦੇ ਨੇ, ਉਹ ਸ਼ਹੀਦ ਦੇ ਪਰਿਵਾਰ 'ਚੋਂ ਨੇ, ਉਹਨਾਂ ਦੇ ਪਿਤਾ ਦੀ ਸ਼ਹਾਦਤ ਹੋਈ ਸੀ, ਅਤੇ ਹੁਣ ਜਿਹੜਾ ਲੋਕ ਜਿਹੜੇ ਨੇ ਨਰਿੰਦਰ ਮੋਦੀ ਵੱਲੋਂ ਜਿਹੜੇ ਸ਼ਹੀਦ ਥੇ ਉਹਨਾਂ ਦੇ ਨਾਲ ਜਿਹੜਾ ਆ ਬਦਸਲੂਕੀ ਇੱਕ ਸ਼ਬਦ ਦੀ ਕੀਤੀ ਗਈ ਹੈ, ਜਿਸ ਤਰ੍ਹਾਂ ਇਹਨਾਂ ਵੱਲੋਂ ਕੀਤਾ ਗਿਆ। ਕਿਸ ਤਰ੍ਹਾਂ ਵੇਖਦੇ ਹੋ ਇਸ ਟਵੀਟ ਨੂੰ, ਔਰ ਕੀ ਲੱਗਦਾ ਹੈ ਕਿ ਉਸ ਤੋਂ ਸਿਆਸਤ ਭਖਦੀ ਹੋਈ ਦੁਬਾਰਾ ਨਜ਼ਰ ਆ ਰਹੀ ਹੈ? ਦੇਖੋ, ਰਾਹੁਲ ਗਾਂਧੀ ਤੇ ਨਰਿੰਦਰ ਮੋਦੀ ਦੋਵੇਂ ਰਾਜਨੀਤਿਕ ਬੰਦੇ ਆ। ਉਹਨਾਂ ਨੇ ਆਪਣੀ ਰਾਜਨੀਤਿਕ ਚਮਕਾਣੀ ਹੈ, ਕਿਸੇ ਤਰੀਕੇ ਕਰ ਲੈਣ। ਅਸੀਂ ਰਾਜਨੀਤਿਕ ਗੱਲ 'ਚ ਨਹੀਂ ਆਵਾਂਗੇ, ਲੇਕਿਨ ਮੈਂ ਇੰਨੀ ਗੱਲ ਕਹਿਣਾ ਚਾਹਾਂ, 70 ਸਾਲ ਤੇ ਕਾਂਗਰਸ ਦਾ ਰਾਜ ਸੀ ਨਾ, ਉਦੋਂ ਕਰ ਲੈਂਦੇ। ਅਗਰ ਉਹਨਾਂ ਨੂੰ ਲੱਗਦਾ ਸੀ ਕਿ ਨਰਿੰਦਰ ਮੋਦੀ ਨੇ ਠੀਕ ਨਹੀਂ ਕੀਤਾ ਤੇ ਉਦੋਂ ਰਾਹੁਲ ਗਾਂਧੀ ਆ ਕੇ ਕਰ ਲੈਣ। ਜਦੋਂ ਕਾਂਗਰਸ ਦਾ ਰਾਜ ਸੀਗਾ ਉਦੋਂ ਸਟੈਚੂ ਵਗੈਰਾ ਬਣਵਾਏ ਗਏ ਸੀਗੇ, ਉਦੋਂ ਵੀ 10 ਤੋਂ 15 ਕਰੋੜ ਰੁਪਏ ਲਗਾਇਆ ਗਿਆ ਸੀਗਾ। ਉਸ ਟਾਈਮ ਨਹੀਂ ਲਾਈਟ ਐਂਡ ਸਾਊਂਡ ਦਾ ਪ੍ਰੋਗਰਾਮ ਸੀਗਾ, ਕਿਉਂਕਿ ਅਮਿਤਾਭ ਬੱਚਨ ਨੇ 1.5 ਕਰੋੜ ਰੁਪਏ ਦੀ ਡਿਮਾਂਡ ਕੀਤੀ ਸੀਗੀ ਆਪਣੀ ਵੌਇਸ ਦੇਣ ਵਾਸਤੇ। ਕੀ ਲੱਗਦਾ ਨਹੀਂ ਕਿ ਉਹਨੂੰ ਥੋੜਾ ਜਿਹਾ ਰੀਫਾਈਂਡ ਕੀਤਾ ਜਾ ਸਕਦਾ ਸੀ? ਬਿਲਕੁਲ, ਰਾਹੁਲ ਗਾਂਧੀ ਤੇ ਨਰਿੰਦਰ ਮੋਦੀ, ਮੈਂ ਪਹਿਲੇ ਕਿਹਾ ਰਾਜਨੀਤਿਕ ਬੰਦੇ, ਅਸੀਂ ਉਹਨਾਂ ਗੱਲਾਂ 'ਚ ਨਹੀਂ ਆਉਂਦੇ। ਲੇਕਿਨ ਜੋ ਅਸੀਂ ਆਪਣੇ ਅੱਖੀਂ ਦੇਖਦੇ ਪਏ ਕਿ ਇਤਿਹਾਸ 'ਚ ਬਹੁਤ ਜ਼ਿਆਦਾ ਛੇੜਛਾੜ ਜਿਹੜੀ ਹੈ ਕੀਤੀ ਗਈ, ਜੋ ਕਿ ਪੰਜਾਬੀਆਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ। ਅਤੇ ਤੁਸੀਂ ਸੋਸ਼ਲ ਮੀਡੀਆ ਦੇਖ ਲਓ, ਸੋਸ਼ਲ ਮੀਡੀਆ ਤੇ ਵੀ ਇਸ ਚੀਜ਼ ਨੂੰ ਲੈ ਕੇ ਕਾਫੀ ਵਾਦ ਵਿਵਾਦ ਜਿਹੜਾ ਭਖਦਾ ਹੋਇਆ ਨਜ਼ਰ ਵੀ ਜਿਹੜਾ ਉਹ ਆ ਰਿਹਾ ਜੀ। ਸੋ ਇਹ ਸਨ ਸੀਨੀਅਰ ਜਰਨਲਿਸਟ ਜਿਹੜੇ ਮੁਕੇਸ਼ ਮਹਿਰਾ ਜੀ। ਇਹਦੇ ਲਗਾਤਾਰ ਹੀ ਇਹਨਾਂ ਵੱਲੋਂ ਵੀ ਮੇਰੇ ਨਾਲ ਕਾਫੀ ਜਿਹੜਿਆ ਸੀਗਾ ਜਲਿਆਂਵਾਲੇ ਬਾਗ ਜਿਹੜੀ ਸੀਗੀ ਕਵਰੇਜ ਜਿਹੜੀ ਸੀਗੀ ਕੀਤੀ ਗਈ ਸੀਗੀ। ਦੂਸਰੇ ਪਾਸੇ ਮੈਂ ਤੁਹਾਨੂੰ ਇੱਕ ਵਾਰੀ ਤਸਵੀਰਾਂ ਦਿਖਾਵਾਂਗਾ ਕਿ ਇਹ ਉਹ ਮੇਨ ਰਸਤਾ ਆ ਜਿੱਥੋਂ ਲੋਕ ਸਿੱਧਾ ਸ਼ਹੀਦੀ ਸਮਾਰਕ ਤੇ ਪਹੁੰਚਦੇ ਸੀਗੇ। ਉਸ ਤੋਂ ਬਾਅਦ ਸ਼ਹੀਦਾਂ ਨੂੰ ਜਿਹੜਾ ਸੀਗਾ ਉਹ ਸ਼ਰਧਾਂਜਲੀ ਦਿੱਤੀ ਜਾਂਦੀ ਸੀਗੀ, ਅਤੇ ਉਸ ਤੋਂ ਬਾਅਦ ਜਿਹੜੇ ਸੀਗੇ ਬੁਲਟ ਸਾਈਨ ਸੀਗੇ, ਲੋਕ ਉਹ ਦੇਖਦੇ ਸੀਗੇ। ਹਾਲਾਂਕਿ ਜਦੋਂ ਅਸੀਂ ਐਂਟਰ ਕੀਤੇ ਤੇ ਇੱਥੇ ਅਲੱਗ ਹੀ ਤਸਵੀਰਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲ ਰਹੀਆਂ ਨੇ, ਕਿਉਂਕਿ ਲੋਕ ਜਿਹੜੇ ਨੇ ਹੁਣ ਲਾਈਟ ਐਂਡ ਸਾਊਂਡ ਦਾ ਪ੍ਰੋਗਰਾਮ ਕੁਝ ਹੀ ਸਮੇਂ ਬਾਅਦ ਜਿਹੜਾ ਹੈ ਸ਼ੁਰੂ ਕੀਤਾ ਜਾਏਗਾ। ਲੇਕਿਨ ਲੋਕ ਜਿਹੜੇ ਸੀਟ ਮਲਣੀਆਂ ਜਿਹੜੀਆਂ ਨੇ ਉਹ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਲੇਕਿਨ ਇਤਿਹਾਸ ਨਾਲ ਜ਼ਰੂਰ ਛੇੜਛਾੜ ਕੀਤੀ ਗਈ ਹੈ। ਇਹ ਵੀ ਅਸੀਂ ਕਹਿਣਾ ਚਾਹਾਂਗੇ ਕਿ ਲਗਾਤਾਰ ਹੀ, ਕਿਉਂਕਿ ਇਤਿਹਾਸਿਕ ਖੂਹ ਦੀ ਗੱਲ ਕੀਤੀ ਜਾਵੇ, ਉਹਨੂੰ ਵੀ ਬਿਲਕੁਲ ਚੇਂਜ ਕਰ ਦਿੱਤਾ ਗਿਆ। ਜੋ ਅਮਰ ਜੋਤੀ ਸੀਗੀ ਉਹਨੂੰ ਵੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਸ਼ਿਫਟ ਕਰ ਦਿੱਤਾ ਗਿਆ। ਐਗਜ਼ਿਟ ਪੁਆਇੰਟ ਜਿਹੜਾ ਆ ਉਹਨੂੰ ਵੀ ਚੇਂਜ ਕਰ ਦਿੱਤਾ ਗਿਆ। ਲੇਕਿਨ ਛੇੜਛਾੜ ਜ਼ਰੂਰ ਕੀਤੀ ਗਈ ਹੈ। ਲੇਕਿਨ ਕਿਤੇ ਨਾ ਕਿਤੇ ਲੋਕ ਜਿਹੜੇ ਨੇ ਉਹ ਕਾਫੀ ਖੁਸ਼ ਵੀ ਨੇ, ਕਿਉਂਕਿ 2 ਸਾਲ ਬਾਅਦ ਲੋਕਾਂ ਨੂੰ ਜਿਹੜਾ ਆ ਜਲਿਆਂਵਾਲੇ ਬਾਗ ਦੇ ਵਿੱਚ ਪਹੁੰਚ ਕੇ ਜਿਹੜਾ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦਾ ਮੌਕਾ ਜਿਹੜਾ ਆ ਉਹ ਮਿਲਿਆ। ਲੇਕਿਨ ਕਿਤੇ ਨਾ ਕਿਤੇ ਇੱਕ ਵਾਰੀ ਫਿਰ ਤੋਂ ਜਿਹੜੀ ਅਤੇ ਸਿਆਸਤ ਜਿਹੜੀ ਆ ਉਹ ਜ਼ਰੂਰ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ, ਤੇ ਜੋ ਸੋਸ਼ਲ ਪਲੇਟਫਾਰਮ ਹੈ ਉਹ ਕਾਫੀ ਗਰਮ ਜਿਹੜਾ ਆ ਇਸ ਤੇ ਨਜ਼ਰ ਆ ਰਿਹਾ ਹੈ। ਕੈਮਰਾਮੈਨ ਜੈਪ੍ਰੀਤ ਦੇ ਨਾਲ ਗੁਰਪ੍ਰੀਤ ਸਿੰਘ, ਔਨ 에ਅਰ, ਅੰਮ੍ਰਿਤਸਰ।